ਪੰਜਾਬ ਵਿੱਚ ਪਿਛਲੇ ਸਮੇਂ ਤੋਂ ਲਵਾਰਸੀ ਦਾ ਮਾਹੌਲ ਹੈ। ਪੰਜਾਬ ਸੈਕਟਰੀਏਟ 'ਚ ਮੁੱਖ ਮੰਤਰੀ ਦਾ ਦਫ਼ਤਰ ਪਿਛਲੇ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਉਡੀਕ ਕਰ ਰਿਹਾ। ਭਾਵ ਸਰਕਾਰੀ ਦਫ਼ਤਰ 'ਚੋਂ ਮੁੱਖ ਮੰਤਰੀ ਕੰਮ ਘੱਟ ਹੀ ਕਰਦੇ ਨੇ। ਦੂਸਰੇ ਪਾਸੇ ਅਸੀਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਸੈਕਟਰ 2 ਤੇ ਖੜੇ ਹਾਂ। ਸਰਕਾਰੀ ਰਿਹਾਇਸ਼ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਹੁੰਦੀ ਸੀ, ਉੱਥੇ ਮੇਲੇ ਲੱਗਦੇ ਸੀ, ਲੋਕ ਮਿਲਣ ਆਉਂਦੇ ਸੀ, ਪਰ ਮੁੱਖ ਮੰਤਰੀ ਸਾਹਿਬ ਕਿਉਂਕਿ ਸਿਸਮਾ ਫਾਰਮ ਹਾਊਸ 'ਚ ਰਹਿੰਦੇ ਨੇ, ਸੋ ਇੱਥੇ ਵੀ ਤਕਰੀਬਨ ਅਕਸਰ ਕਾਂ ਹੀ ਬੋਲਦੇ ਨੇ। ਪਰ ਅੱਜ ਤੁਹਾਨੂੰ ਇੱਕ ਲਵਾਰਸੀ ਦਾ ਹੋਰ ਆਲਮ ਦਿਖਾਵਾਂਗੇ। ਇਹ ਦਰਸ਼ਕਾਂ ਨੂੰ ਇੱਕ ਸੱਦਾ ਪੱਤਰ ਦਿਖਾਉਣਾ ਚਾਹੁੰਦੇ ਆ। ਇਹ ਕੱਚੇ ਅਧਿਆਪਕ ਨੇ, ਇਹਨਾਂ ਨੂੰ ਅੱਜ ਮੀਟਿੰਗ ਲਈ ਸੀਐਮ ਹਾਊਸ 'ਚ ਸੱਦਿਆ ਸੀ, ਪਰ ਵਿਚਾਰੇ ਹੀ ਕਵਾਂਗੇ, ਪੱਕੇ ਤੇ ਕੀ ਹੋਣਾ, ਇਹਨਾਂ ਨਾਲ ਗੱਲ ਕਰਨੀ ਵੀ ਸ਼ਾਇਦ ਜ਼ਰੂਰੀ ਨਹੀਂ ਸਮਝੀ ਗਈ। ਸੋ ਸਿੱਧੀ ਇਹਨਾਂ ਨਾਲ ਹੀ ਗੱਲ ਕਰਦੇ ਹਾਂ। ਦੋਸਤ, ਅੱਜ ਕਿਵੇਂ ਆਏ ਸੀ ਮੁੱਖ ਮੰਤਰੀ ਦੇ ਘਰ? ਮੇਰਾ ਨਾਮ ਦਵਿੰਦਰ ਸਿੰਘ ਹੈ। ਸਾਡੇ ਸਮੂਹ ਜਿੰਨੇ ਵੀ ਕੱਚੇ ਅਧਿਆਪਕ ਨੇ, ਸਿੱਖਿਆ ਪ੍ਰੋਵਾਈਡਰ, ਈਜੀਐਸ, ਐਸਟੀਆਰ, ਆਈਵੀ, ਟੀਚਰ ਯੂਨੀਅਨ ਪੰਜਾਬ ਤੋਂ, ਅੱਜ ਸਾਡਾ ਮੇਨ ਮਕਸਦ ਇਹ ਸੀ ਵੀ ਪਟਿਆਲਾ ਪ੍ਰਸ਼ਾਸਨ ਦੁਆਰਾ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਪਟਿਆਲੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਤੇ ਕੈਪਟਨ ਸਾਹਿਬ ਨੂੰ ਅਸੀਂ ਵਾਅਦਾ ਯਾਦ ਕਰਾ ਰਹੇ ਸੀ, ਜਿਹੜਾ ਉਹਨਾਂ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਆਊਗੀ, ਚੋਣ ਮੈਨੀਫੈਸਟੋ ਦੇ ਵਿੱਚ ਵੀ ਇੱਥੋਂ ਤੱਕ ਉਹਨਾਂ ਨੇ ਕਿਹਾ ਸੀ ਵੀ ਜਿੰਨੇ ਕੱਚੇ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਪੱਕੇ ਕਰਾਂਗੇ। ਜਿਹੜਾ ਉਹ ਵਾਅਦਾ ਸੀ ਅਸੀਂ ਯਾਦ ਕਰਾਇਆ तो उनका सिट्टा यह निकलिया सी। सानू मीटिंग मिली सी, पहला मिली सी 24 की, 24 भी सही इत्थे आए तो 24 नूं भी पोस्टपोन हो गई। अज भी आए हाँ तो अज भी सवेर का यही रट्टा चली जाता सी, कदे एक कदे दो, कदे कोविड का कह के कदे एक कदे दो। आखिरकार चलो असीं आखे चलो सहमत होईयां जथेबंदियां भी चलो इस नकम्मी सरकार दे नाल एक बार गलबात करनी बनदी है भी गलबात करी। चलो जदों असीं अंदर गए, अंदर जाके तो हद्दां ही पार हो गईयां। तां अंदर मुख मंत्री दे घर गए तुसीं? हाँ जी, सीएम हाउस दे विच जदों गए तो उन्हां दे मतलब सीएम हाउस दे विच जिन्हां नाल मीटिंग फिक्स कराई गई सी, एमपी जी नाल, आ देखो जी श्री एमपी सिंह जी, एमपी सिंह उन्हां दा जवाब देखो किड्डा हासोहीना सी। तुहानूं मिले अंदर? मिले जी, बिल्कुल मिले। उन्हां दा जवाब हासोहीना सी। वो कहंदे जी मेरे कोल तुहाडा डिपार्टमेंट ही नहीं हैगा ते जिहड़ी मीटिंग फिक्स कराई गई तो मैनूं इह नहीं समझ आ रही भी किवें करवाई गई। असीं कहा भी सारा देखो मीटिंग दे विच तुहाडा नाम है। फिक्स कराई मीटिंग डीसी पटियाला ने। डीसी पटियाले नूं पता ही कख नहींगा? हाँ जी, डीसी पटियाला नूं कोई पता नहींगा। ये कह सकते हैं ਆਪਾਂ ਐਂਡ ਦੇ ਵਿੱਚ ਵੀ ਜਿਵੇਂ ਸਰਕਾਰ ਨੇ ਝੂਠ ਬੋਲ ਕੇ ਸਰਕਾਰ ਆਪਦੀ ਬਣਾਈ ਵੀ ਵੱਡੇ ਵਾਅਦੇ ਕੀਤੇ ਵੀ ਕੋਈ ਵੀ ਕੱਚਾ ਅਧਿਆਪਕ ਅਸੀਂ ਰਹਿਣ ਨਹੀਂ ਦੇਣਾ, ਸਾਰਿਆਂ ਨੂੰ ਪੱਕੇ ਕਰਾਂਗੇ, ਸੇਮ ਹੀ ਪ੍ਰਸ਼ਾਸਨ ਦਾ ਵਾਅਦੇ ਵੀ ਤੁਸੀਂ ਨਾਲ ਲੈ ਕੇ ਆਏ ਜੇ। ਦੋਸਤ ਦਿਖਾਇਓ ਕੀ ਵਾਅਦਾ ਸੀ। ਇੱਧਰ ਕਹਿ। ਇਹ ਸਰ ਕੈਪਟਨ ਸਾਹਿਬ ਸਾਡੇ ਧਰਨੇ 'ਚ ਆਏ ਸੀ। ਇਹ ਧਰਨੇ 'ਚ ਕਦੋਂ ਆਏ ਸੀ? ਸਰ ਇਹ ਮੋਹਾਲੀ ਧਰਨੇ 'ਚ ਸਰਕਾਰ ਬਣਨ ਤੋਂ ਪਹਿਲਾਂ ਆਏ ਸੀ, ਜਦੋਂ ਵੋਟਾਂ ਲੈਣੀਆਂ ਸੀ ਉਦੋਂ ਆਏ ਸੀ। ਤੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਸਰਕਾਰ ਬਣਨ ਸਰ ਪੱਕੇ ਕਰਾਂਗੇ। ਤੇ ਉਹਨਾਂ ਨੇ ਫੇਸਬੁੱਕ ਆਈਡੀ ਤੇ ਪਾ ਕੇ ਵਾਅਦਾ ਕਰਿਆ। ਮੈਂ ਵਾਅਦਾ ਕਰਦਾ ਹਾਂ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕਾ ਕੀਤਾ ਜਾਵੇਗਾ। ਨਹੀਂ ਕੀਤਾ ਹਲੇ ਤੱਕ? ਨਹੀਂ ਜੀ, ਤੇ ਉਹ ਕਹਿੰਦੇ ਸੀ ਸਰ, ਕਹਿੰਦੇ ਤੁਹਾਡੇ ਨਾਲੋਂ ਘੱਟ ਤਨਖਾਹ, ਤੁਹਾਡੇ ਨਾਲੋਂ ਵੱਧ ਤਨਖਾਹ ਸਾਡਾ ਮਾਲੀ ਲੈ ਰਿਹਾ, ਤੁਸੀਂ ਇੰਨੀ ਘੱਟ ਤਨਖਾਹ ਤੇ ਗੁਜ਼ਾਰਾ ਕਿਵੇਂ ਕਰ ਰਹੇ ਹੋ? ਸੋ ਠੀਕ ਹੈ, ਤੁਸੀਂ ਵੀ ਅੰਦਰ ਜਾ ਕੇ ਆਏ ਜੇ, ਮੁੱਖ ਮੰਤਰੀ ਦੇ ਸਰਕਾਰੀ ਘਰ ਜਾ ਕੇ ਆਏ? ਹਾਂਜੀ ਬਿਲਕੁਲ ਸਰ। ਮੈਂ ਜਸਵੀਰ ਸਿੰਘ ਮੋਗਾ, ਤਾਲਮੇਲ ਕਮੇਟੀ ਪੰਜਾਬ ਤੋਂ, ਜਿਹਦੇ ਵਿੱਚ ਅਸੀਂ ਸਮੂਹ ਕੱਚੇ ਅਧਿਆਪਕ ਜਿਹੜੇ ਹੈਗੇ ਉਹ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹਾਂ। ਔਰ ਅਸੀਂ ਜਦੋਂ ਅੰਦਰ ਗਏ ਆ ਤਾਂ ਦਵਿੰਦਰ ਵੀਰ ਨੇ ਪਹਿਲਾਂ ਦੱਸ ਦਿੱਤਾ ਕਿ ਹਾਸੋਹੀਣੀ ਗੱਲ ਕੀਤੀ ਆ ਕਿ ਸਾਡੇ ਕੋਲ ਤਾਂ ਤੁਹਾਡਾ ਡਿਪਾਰਟਮੈਂਟ ਹੀ ਹੈ ਨਹੀਂ, ਤੈਨੂੰ ਮੀਟਿੰਗ ਕਿਹਨੇ ਦਿੱਤੀ ਹੈਗੀ ਆ। ਅਸੀਂ ਉੱਥੇ ਜਦੋਂ ਗੱਲ ਕੀਤੀ ਕਿ ਸਾਨੂੰ ਮੀਟਿੰਗ ਅਸੀਂ ਆਪ ਮੰਗੀ ਨਹੀਂ ਸੀਗੀ, ਸਾਨੂੰ ਮੀਟਿੰਗ ਦਾ ਟਾਈਮ ਦਿੱਤਾ ਗਿਆ ਆਪਣੇ ਆਪ ਹੀ ਕਿ ਐਮਪੀ ਸਿੰਘ ਜੀ ਨਾਲ ਜਾ ਕੇ ਮੀਟਿੰਗ ਕਰੋ। ਤੁਸੀਂ ਕਹਿ ਰਹੇ ਹੋ ਸਾਨੂੰ ਮੀਟਿੰਗ ਦਾ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਕਿਹਨੇ ਦਿੱਤੀ ਮੀਟਿੰਗ, ਔਰ ਉਹ ਕਹਿ ਰਹੇ ਕਿ ਸਾਡੇ ਕੋਲ ਡਿਪਾਰਟਮੈਂਟ ਹੈ ਨਹੀਂ, ਤੁਸੀਂ ਸਾਡੇ ਕੋਲ ਗੱਲ ਕਰਨ ਕਿਵੇਂ ਆਏ ਆ। ਔਰ ਮੈਂ ਇੱਥੇ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਇੱਕ ਪਾਸੇ ਪਟਿਆਲਾ ਪ੍ਰਸ਼ਾਸਨ ਹੈਗਾ ਜਿਹੜਾ ਸਾਨੂੰ ਮੀਟਿੰਗ ਕਰਨ ਵਾਸਤੇ ਕਹਿ ਰਿਹਾ ਕਿ ਤੁਸੀਂ ਐਮਪੀ ਸਿੰਘ ਜੀ ਨਾਲ ਮੀਟਿੰਗ ਕਰੋ, ਉਹ ਅੱਗੋਂ ਕਹਿ ਦਿੰਦੇ ਕਿ ਸਾਨੂੰ ਤਾਂ ਸਾਡੇ ਕੋਲ ਡਿਪਾਰਟਮੈਂਟ ਹੈ ਨਹੀਂਗਾ। ਇਹ ਤਾਂ ਸਾਨੂੰ ਐਵੇਂ ਮਤਲਬ ਮੂਰਖ ਬਣਾਉਣ ਵਾਲੀ ਗੱਲ ਹੈ। ਅਸੀਂ ਇੱਥੇ ਆਪਣੇ ਪੈਸੇ ਖਰਚ ਕੇ ਆਉਣੇ, ਗੱਡੀਆਂ 'ਤੇ ਤੇਲ ਫੂਕ ਕੇ ਆਉਣੇ, ਕੋਵਿਡ ਦਾ ਮਤਲਬ ਮਾਹੌਲ ਚੱਲ ਰਿਹਾ, ਅਸੀਂ ਆਪਦੀਆਂ ਜਾਨਾਂ ਜੋਖਮ ਦੇ ਵਿੱਚ ਪਾ ਕੇ ਮੀਟਿੰਗਾਂ ਕਰਨ ਵਾਸਤੇ ਆ ਰਹੇ ਹਾਂ। ਔਰ ਸਾਡੀ ਜਿਹੜੀ ਗੱਲ ਹੈਗੀ ਇੱਥੇ ਸੁਣਨ ਵਾਸਤੇ ਲੋਕ ਤਿਆਰ ਨਹੀਂ ਗਏ, ਸਰਕਾਰ ਸਾਡੀ ਗੱਲ ਸੁਣਨ ਵਾਸਤੇ ਤਿਆਰ ਨਹੀਂ। ਔਰ ਇਸ ਕਰਕੇ ਅਸੀਂ ਪਹਿਲਾਂ ਵੀ ਐਲਾਨ ਕੀਤਾ ਹੋਇਆ ਹੈ ਕਿ ਅਸੀਂ 2 ਤਰੀਕ ਨੂੰ ਪਟਿਆਲੇ ਦੇ ਵਿੱਚ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ। ਪਹਿਲਾਂ ਤਾਂ ਅਸੀਂ ਮੋਤੀ ਮਹਿਲ ਦੇ ਅੰਦਰ ਜਾਵਾਂਗੇ, ਰੋਕਿਆ ਗਿਆ, ਡਾਂਗ ਸੋਟਾ ਵੀ ਚੱਲੂਗਾ, ਸਾਨੂੰ ਕੋਈ ਪ੍ਰੋਬਲਮ ਨਹੀਂ ਗੀ। ਅਸੀਂ ਉੱਥੇ ਪੱਕਾ ਧਰਨਾ ਲਾਵਾਂਗੇ, ਵਾਪਸ ਉਦੋਂ ਆਵਾਂਗੇ ਜਿੰਨਾ ਟਾਈਮ ਸਾਨੂੰ ਆਰਡਰ ਨਹੀਂ ਮਿਲਦੇ। ਔਰ ਸਾਡੀਆਂ ਜਿਹੜੀਆਂ 2 ਮੇਨ ਡਿਮਾਂਡਾਂ ਹੈਗੀਆਂ, ਸਭ ਤੋਂ ਪਹਿਲਾਂ ਤਾਂ ਇਹ ਡਿਮਾਂਡ ਹੈਗੀ ਕਿ ਪੰਜਾਬ ਸਰਕਾਰ ਦੇ ਕੈਬਨਿਟ ਦੇ ਵਿੱਚੋਂ ਪਾਸ ਹੋ ਕੇ ਨੋਟੀਫਿਕੇਸ਼ਨ ਜਾਰੀ ਹੋਇਆ
ਕਿ ਸਿੱਖਿਆ ਪ੍ਰੋਵਾਈਡਰ EGS STR ਜੋ ਕੱਚੇ ਅਧਿਆਪਕ ਹੈਗੇ ਉਹਨਾਂ ਨੂੰ ਤਜਰਬੇ ਦੇ 10 ਨੰਬਰ ਦਿੱਤੇ ਜਾਣਗੇ ਔਰ ਉਮਰ ਤੋਂ ਜਿਹੜੀ ਉੱਪਰਲੀ ਸੀਮਾ ਹੈਗੀ ਆ ਉਹ ਤੋਂ ਛੋਟ ਦਿੱਤੀ ਜਾਊਗੀ। ਔਰ ਤੀਸਰੀ ਗੱਲ ਜਿਹੜੀ ਸੀਗੀ ਕਿ ਇਹਨਾਂ ਨੂੰ ਜਿਹੜਾ ਟੈਟ ਜਿਹੜਾ ਹੈਗਾ ਲੱਗਿਆ ਹੈਗਾ ਉਹਨਾਂ ਤੋਂ ਛੋਟ ਦੇ ਕੇ ਇਹਨਾਂ ਨੂੰ ਨਵੀਆਂ ਅਸਾਮੀਆਂ ਦੇ ਵਿੱਚ ਅਪਲਾਈ ਕਰਾਉਣ ਦਾ ਮੌਕਾ ਦਿੱਤਾ ਜਾਊਗਾ। ਅਸੀਂ 4 ਤਰੀਕ ਨੂੰ ਸਿੱਖਿਆ ਮੰਤਰੀ ਜਿਹੜਾ ਹਰ ਵਾਰੀ ਮੀਟਿੰਗ ਕਰਕੇ ਸਾਡੇ ਨਾਲ ਮੁੱਕਰ ਜਾਂਦਾ ਤੇ ਭੱਜ ਜਾਂਦਾ, ਕਹਿ ਜਾਂਦਾ ਵੀ ਅਸੀਂ ਤੁਹਾਡਾ ਹੱਲ ਕਰਾਂਗੇ। ਅਸੀਂ ਪਿਛਲੇ 3 ਮਹੀਨੇ ਪਿਛਲੇ ਸਾਲ ਵੀ ਧਰਨਾ ਲਾਈ ਰੱਖਿਆ। ਉਸ ਸਮੇਂ ਵੀ ਇਹਨਾਂ ਨੇ ਮਤਲਬ ਜਦੋਂ ਮਿੰਨੀ ਇਲੈਕਸ਼ਨ ਹੋਏ ਸੀ ਜਿੱਤੇ ਇਹਨਾਂ ਦੇ CM ਸਾਹਿਬ ਦੇ OSD ਸੰਦੀਪ ਜੀ ਖੜੇ ਸੀ ਉੱਥੋਂ ਦਾਖਾਂ ਤੋਂ, ਉੱਥੇ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਇਹਨਾਂ ਨੂੰ ਜਿਤਾਓ, ਸਾਡੀ ਜਦੋਂ ਇਹ ਜਿੱਤ ਜਾਣਗੇ ਧਰਨੇ ਨਾ ਲਾਓ, ਅਸੀਂ ਤੁਹਾਡਾ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਉਸੇ ਸਿੱਖਿਆ ਮੰਤਰੀ ਨੂੰ ਅਸੀਂ ਉਸ ਦਿਨ ਕੱਲ੍ਹ ਨੂੰ ਗਲਮੇ ਫੜਨ ਜਾਵਾਂਗੇ ਤੇ ਉਹਨਾਂ ਨੂੰ ਜਵਾਬ ਦੇਵਾਂਗੇ, ਤੋਂ ਜਵਾਬ ਮੰਗਾਂਗੇ ਉਹਨਾਂ ਤੋਂ ਵੀ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਸਾਨੂੰ ਪੂਰਾ ਕਰੋ, ਕਿਉਂਕਿ ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹ ਤੇ ਤੁਸੀਂ ਜਿਹੜਾ 13 ਕਹਿ ਸਕਦੇ ਵੀ ਇਹ ਮਤਲਬ ਇਹ ਵਾਅਦੇ ਕਰ ਰਹੇ ਨੇ ਇੱਕ ਕਾਗਜ਼ਾਂ ਦੇ ਵਿੱਚ। ਪਿੱਛੇ ਜੇ ਹੁਣ ਆਪਾਂ ਸੁਣ ਰਹੇ ਹਾਂ 17.5 ਲੱਖ ਨੌਕਰੀਆਂ, ਜਾਂ ਆਪਾਂ ਕਹਿ ਰਹੇ ਹਾਂ ਵੀ ਸਮਾਰਟ ਸਕੂਲ ਬਣਾਤੇ। ਸਮਾਰਟ ਸਕੂਲ ਤੁਹਾਡੇ ਸਾਹਮਣੇ ਨੇ, ਆਹ ਵੇਖ ਲਓ ਜਾਂ ਸਮਾਰਟ ਸਕੂਲ ਆ ਨੇ ਸਿਰਫ ਕਾਗਜ਼ਾਂ ਦੇ ਵਿੱਚ ਨੇ। ਜਿਹੜੇ ਅਧਿਆਪਕਾਂ ਦੇ ਨਾਲ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਸਿਰਫ ਮਤਲਬ ਇਹ ਕਹਿ ਸਕਦੇ ਕਾਗਜ਼ੀ ਨੇ। ਕੈਪਟਨ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ, ਸਾਡੀ ਮੰਗ ਇੱਕੋ ਆ ਵੀ ਜਾਂ ਤਾਂ ਕੈਪਟਨ ਸਾਹਿਬ ਵਾਅਦਾ ਪੂਰਾ ਕਰ ਦੇਣ, ਜੇ ਨਹੀਂ ਪੂਰਾ ਕਰ ਸਕਦੇ ਇੱਕ ਪਾਸਾ ਤਾਂ ਕਰ ਦੇਣ, ਘੱਟੋ ਘੱਟ ਇਹ ਕਹਿ ਦੇਣ ਵੀ ਵੋਟਾਂ ਦੇ ਟਾਈਮ ਬੋਲਿਆ ਗਿਆ ਇੱਕ ਝੂਠ ਸੀ। ਜਿਵੇਂ ਮੀਡੀਆ ਦੇ ਵਿੱਚੋਂ ਉਹਨਾਂ ਨੇ ਦਿੱਤਾ ਸੀ ਸਾਡੇ ਲਈ ਬਿਆਨ ਕਿ ਮਾਲੀ ਤੋਂ ਘੱਟ ਤਨਖਾਹ ਲੈਂਦੇ ਹੋ, ਤਾਂ ਸਰ ਹੁਣ ਅਸੀਂ ਇੱਕੋ ਮੰਗ ਕਰਦੇ ਹਾਂ ਵੀ ਜਾਂ ਤਾਂ ਵਾਅਦਾ ਪੂਰਾ ਕਰ ਦਿਓ, ਆਪਣੀ ਜ਼ੁਬਾਨ ਤੇ ਖਰੇ ਉਤਰੋ, ਜਾਂ ਫਿਰ ਉਹ ਕਹਿ ਦੇਣ ਵੀ ਮੈਂ ਇੱਕ ਲਾਰਾ ਲਾਇਆ ਸੀ। ਸਾਡੀ ਮੰਗ ਇਹੀ ਹੈ ਜੀ ਅਸੀਂ ਪਟਿਆਲੇ 2 ਤਰੀਕ ਨੂੰ ਮੋਤੀ ਮਹਿਲ ਦਾ ਘਰਾਓ ਕਰਾਂਗੇ। ਸੋ ਤੁਸੀਂ ਕੱਚੇ ਅਧਿਆਪਕਾਂ ਦੀ ਗੱਲ ਸੁਣੀ, ਉਹਨਾਂ ਦਾ ਇਹੀ ਕਹਿਣਾ ਵੀ ਜੇ ਕੈਪਟਨ ਸਾਹਿਬ ਆਪਣੇ ਵਾਅਦੇ ਅਨੁਸਾਰ ਉਹਨਾਂ ਨੂੰ ਪੱਕਾ ਨਹੀਂ ਕਰਨਾ ਚਾਹੁੰਦੇ ਤੇ ਘੱਟੋ ਘੱਟ ਜਨਤਾ ਦੀ ਕਚਹਿਰੀ ਵਿੱਚ ਇਹ ਆ ਕੇ ਕਹਿ ਦੇਣ ਵੀ ਮੈਂ ਚੋਣਾਂ ਵਿੱਚ ਝੂਠ ਬੋਲਿਆ ਸੀ, ਲਾਰਾ ਲਾਇਆ ਸੀ, ਮੈਨੂੰ ਮਾਫ ਕਰ ਦਿਓ। ਹੁਣ ਤੁਹਾਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਨੌਕਰੀਆਂ ਲੈਣ ਆਏ ਬੇਰੁਜ਼ਗਾਰਾਂ ਦੀ ਵਿਥਿਆ ਸੁਣਾਉਂਦੇ ਆ। ਇਹ ਬੇਰੁਜ਼ਗਾਰ ਜਿਹੜਾ ਸਾਂਝਾ ਮੰਚ ਹੈ, ਸੰਘਰਸ਼ ਕਮੇਟੀ ਹੈ, ਉਹਦੇ ਸਾਰੇ ਲੀਡਰ ਨੇ। ਇਹਨਾਂ ਨੂੰ ਵੀ ਅੱਜ ਮੀਟਿੰਗ ਲਈ ਬੁਲਾਇਆ ਸੀ। ਇਹ ਮੀਟਿੰਗ ਦਾ ਪੱਤਰ ਲੈ ਕੇ ਇਹ ਚੰਡੀਗੜ੍ਹ ਦੀਆਂ ਸੜਕਾਂ ਤੇ ਰੁਲ ਰਹੇ ਨੇ ਔਰ ਮੰਗ ਕਰ ਰਹੇ ਨੇ ਵੀ ਸਾਡੀ ਸੁਣਵਾਈ ਕੀਤੀ ਜਾਵੇ। ਸੁਣਵਾਈ ਹੋਈ ਜੀ ਅੱਜ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ। ਮਤਲਬ ਜਿੰਨੀ ਅੱਜ ਸਾਡੀ ਖੱਜਲ ਖੁਆਰੀ ਹੋਈ ਆ ਉਨੀ ਕਦੇ ਵੀ ਨਹੀਂ ਹੋਈ, ਕਿਉਂਕਿ 6-7 ਤਰੀਕ ਦੀ ਸਾਡੀ ਮੀਟਿੰਗ ਸੀਗੀ, 6-7 ਮਈ ਨੂੰ, ਜੋ ਇਹਨਾਂ ਨੇ ਕੋਵਿਡ ਕਰਕੇ ਪੋਸਟਪੋਨ ਕਰਤੀ ਸੀ ਤੇ ਦੁਬਾਰਾ ਸਾਨੂੰ ਇਹਨਾਂ ਨੇ ਕਾਲ ਆਈ ਸੀਗੀ ਤੇ ਅੱਜ ਟਾਈਮ ਜਿਹੜਾ ਫਿਕਸ ਹੋਇਆ ਸੀ ਮੀਟਿੰਗ ਦਾ ਔਰ 11 ਵਜੇ ਦਾ ਟਾਈਮ ਦਿੱਤਾ ਸੀ ਤੇ 11 ਵਜੇ ਤੋਂ ਅਸੀਂ ਇੱਥੇ 5 ਜਥੇਬੰਦੀਆਂ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਅਸੀਂ ਪਹੁੰਚ ਗਏ ਅਸੀਂ ਟਾਈਮ ਤੇ ਆਉਣ ਸਾਰੀ ਪਹਿਲਾਂ ਤਾਂ ਸਾਨੂੰ ਇਹ ਲਾਰਾ ਲਾਇਆ ਵੀ ਅਸੀਂ ਤੁਹਾਡਾ ਇੱਕ ਬੰਦਾ ਹੀ ਅੰਦਰ ਭੇਜ ਸਕਦੇ ਹਾਂ। ਅਸੀਂ ਕਿਹਾ ਵੀ ਅਸੀਂ 5 ਜਥੇਬੰਦੀਆਂ, ਸਾਡੇ ਘੱਟੋ ਘੱਟ 2-2 ਮੈਂਬਰ ਤਾਂ ਤੁਸੀਂ ਭੇਜੋ, ਅਸੀਂ ਕਰੋਨਾ ਪ੍ਰੋਟੋਕੋਲ ਅਸੀਂ ਸਾਰਾ ਉਹਦੀ ਹੈਗੀ ਪਾਲਣਾ ਕਰਾਂਗੇ। ਪਰ ਨਹੀਂ ਗੱਲ ਸੁਣੀਗੀ, ਫਿਰ ਅਖੀਰ ਤੇ ਗੱਲ ਮੁੱਕੀ ਵੀ ਇੱਕ ਭੇਜ ਦਿੰਦੇ ਆ। ਉੱਥੇ ਵੀ ਅਸੀਂ ਕਿਤੇ ਨਾ ਕਿਤੇ ਐਗਰੀ ਹੋਏ, ਪਰ ਫਿਰ ਬਾਅਦ ਦੇ ਵਿੱਚ ਆ ਕੇ ਕਿਹਾ ਵੀ 5 ਜਥੇਬੰਦੀਆਂ ਵੱਲੋਂ ਸਿਰਫ 2 ਬੰਦੇ ਹੀ ਭੇਜਾਂਗੇ। ਪੂਰੀ ਖੱਜਲ ਖੁਆਰੀ ਹੋਣ ਤੋਂ ਬਾਅਦ ਅੰਕਿਤ ਬਾਂਸਲ ਜੀ ਜਿਹੜੇ OSD ਹੈਗੇ ਨੇ CM ਸਾਹਿਬ ਦੇ, ਉਹ ਬਾਹਰ ਆਏ ਤੇ ਉਹਨਾਂ ਨੇ ਕਿਹਾ ਵੀ ਦੇਖੋ 2 ਬੰਦੇ ਜਾਣਗੇ। ਅਸੀਂ ਕਿਹਾ ਵੀ ਸਰ ਅੰਦਰ ਪੈਨਲ ਦੇ ਵਿੱਚ ਕੋਈ, ਉਹ ਕਹਿੰਦੇ ਪੈਨਲ ਦੇ ਵਿੱਚ ਕੋਈ ਨਹੀਂ, MP ਸਿੰਘ ਨੇ ਵੀ ਉਹ ਆਲ ਇਨ ਵਨ ਨੇ, ਸਾਰਾ ਉਹ ਤੁਹਾਡਾ ਮਸਲਿਆਂ ਦਾ ਉਹਨਾਂ ਨੂੰ ਪਤਾ, 40 ਸਾਲ ਦਾ ਤਜਰਬਾ, ਤੁਸੀਂ ਇੱਕ ਵਾਰੀ ਮਿਲ ਤਾਂ ਲਵੋ। ਚਲੋ ਜਦੋਂ ਸਾਡੇ 2 ਸਾਥੀ ਉਹਨਾਂ ਨੂੰ ਮਿਲਣ ਗਏ ਅੰਦਰ, ਤਾਂ ਅੰਦਰੋਂ ਫਿਰ MP ਸਾਹਿਬ ਜੀ ਨੇ ਇਹ ਕਿਹਾ ਵੀ ਮੈਨੂੰ ਤੁਹਾਡੇ ਮਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਹੁਣ 11 ਵਜੇ ਤੋਂ ਅਸੀਂ ਖੜ ਰਹੇ ਹਾਂ ਤੇ ਸਾਨੂੰ ਹੁਣ ਤੁਸੀਂ 2 ਵਜੇ ਵਾਲੇ ਨੇ, ਸਾਨੂੰ ਹੁਣੇ ਮੈਸੇਜ ਆਇਆ ਵੀ ਸਾਨੂੰ ਤੁਹਾਡੇ ਮਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ। ਮੈਂ ਤੁਹਾਡੀ ਜਿਹੜੀ ਮੀਟਿੰਗ ਆ ਜੋ ਐਜੂਕੇਸ਼ਨ ਨੂੰ ਡੀਲ ਕਰਦੇ ਆ ਤੇਗਵੀਰ ਸਿੰਘ, ਉਹਨਾਂ ਨਾਲ ਮੈਂ ਕਰਵਾ ਦਿੰਦਾ। ਤਾਂ ਹੁਣ ਇੱਕ ਨਵਾਂ ਲਾਰਾ ਜਿਹੜਾ ਹੈਗਾ ਸਾਨੂੰ ਉਹ ਮਿਲਿਆ। ਅਸੀਂ 1000 2-2000 ਦਾ ਅਸੀਂ ਪੈਟਰੋਲ ਡੀਜ਼ਲ ਫੂਕ ਕੇ ਇੱਥੇ ਮਤਲਬ ਖੜੇ ਆ, ਪਰ ਪੱਲੇ ਕੁਝ ਵੀ ਨਹੀਂ ਹੈ। 4 ਸਾਲਾਂ ਬਾਅਦ ਇੱਕ ਨਵਾਂ ਲਾਰਾ ਮਿਲਿਆ। ਤੁਸੀਂ ਕਿੱਥੋਂ ਆਏ ਜੀ? ਸੰਗਰੂਰ ਤੋਂ। ਸਾਡਾ ਸਾਂਝਾ ਮੋਰਚਾ ਸੰਗਰੂਰ ਚੱਲ ਰਿਹਾ ਸਿੱਖਿਆ ਮੰਤਰੀ ਦੀ ਕੋਠੀ ਦੇ ਅੱਗੇ। ਅੱਜ 152 ਦਿਨ ਹੋ ਗਏ ਨੇ, ਪਰ ਉੱਥੋਂ ਦੇ ਸਿੱਖਿਆ ਮੰਤਰੀ ਜੀ ਇੱਕ ਵਾਰ ਵੀ ਸਾਡੀ ਕੋਈ ਸਾਰ ਲੈਣ ਨਹੀਂ ਆਏ। ਮਤਲਬ ਕਿ ਆਪਣੀ ਕੋਠੀ ਨਹੀਂ ਬੜੇ ਹੈਗੇ ਉਹ ਆ ਕੇ, ਜਿਸ ਦਿਨ ਦੇ ਅਸੀਂ ਉਹਨਾਂ ਦੀ ਕੋਠੀ ਦੇ ਅੱਗੇ ਬੈਠੇ ਹਾਂ। ਔਰ ਜਦੋਂ ਅਸੀਂ ਪ੍ਰੋਟੈਸਟ ਕਰਦੇ ਹਾਂ, ਜਿਵੇਂ ਲਾਸਟ ਅਸੀਂ ਪਟਿਆਲਾ ਪ੍ਰੋਟੈਸਟ ਕੀਤਾ ਸੀ, ਪਟਿਆਲਾ ਪ੍ਰਸ਼ਾਸਨ ਵੱਲੋਂ ਸਾਨੂੰ 6 ਮਈ ਦੀ ਮੀਟਿੰਗ ਦਿੱਤੀ ਗਈ ਸੀ, ਪਰ ਉਹ ਵੀ ਇਹਨਾਂ ਨੇ ਪੋਸਟਪੋਨ ਕਰਤੀ ਕਿਸੇ ਤਰ੍ਹਾਂ। ਉਸ ਤੋਂ ਬਾਅਦ ਸਾਨੂੰ 25 ਤਰੀਕ ਦੀ ਦਿੱਤੀ ਗਈ, ਉਹ ਵੀ ਪੋਸਟਪੋਨ ਕਰਨ ਤੋਂ ਬਾਅਦ ਹੁਣ ਸਾਨੂੰ 31 ਤਰੀਕ ਦੀ ਅੱਜ ਦੀ ਇੱਕ ਮੀਟਿੰਗ ਮਿਲੀ ਸੀ, ਜਿਹਦੇ ਸੰਬੰਧ ਵਿੱਚ ਅਸੀਂ ਸਵੇਰੇ 11 ਵਜੇ ਦੀ ਸਾਡੀ ਟਾਈਮਿੰਗ ਸੀ ਔਰ ਅਸੀਂ 11 ਵਜੇ ਤੋਂ ਇੱਥੇ ਗੇਟ ਦੇ ਅੱਗੇ ਖੜੇ ਹਾਂ। ਸਾਨੂੰ ਕੋਈ ਵੀ ਅੰਦਰੋਂ ਬੁਲਾਵਾ ਨਹੀਂ ਆਇਆ, ਜੇ ਆਇਆ ਵੀ ਆ ਉੱਥੇ ਜਿੱਦਾਂ ਜੋ ਇਹਨਾਂ ਨੇ ਸਾਨੂੰ ਲੈਟਰ ਦਿੱਤਾ ਸੀ ਉੱਥੇ ਗਿਣਤੀ ਮੈਂਸ਼ਨ ਕੀਤੀ ਗਈ ਸੀ। ਇਹ ਕੋਵਿਡ ਦੀਆਂ ਹਦਾਇਤਾਂ ਨੂੰ ਦੇਖਦੇ ਹੋਏ 4 ਜਾਂ 5 ਹਰ ਜਥੇਬੰਦੀ ਦੇ, ਪਰ ਇਹ ਉਹੀ ਹਰਕਤਾਂ ਤੇ ਉਤਰੇ ਆਏ
ਕਦੇ 2-2 ਪਰਸਨ ਅੰਦਰ ਆ ਜਾਓ, ਕਦੇ 1-1 ਆ ਜਾਓ। ਐਂਡ ਦੇ ਵਿੱਚ ਮੁੱਕਦੀ ਗੱਲ, ਹੁਣ ਇਹਨਾਂ ਨੇ 2 ਵਜੇ ਸਾਨੂੰ ਇਹ ਜਵਾਬ ਦਿੱਤਾ ਵੀ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਤੁਹਾਡੀ ਮੀਟਿੰਗ ਬਾਰੇ। ਔਰ ਇਹ ਇੱਕ ਨਲਾਇਕੀ ਆ ਕੈਪਟਨ ਸਰਕਾਰ ਦੀ, ਜਾਂ ਤੁਸੀਂ ਇਹ ਕਹਿ ਲਓ ਵੀ ਕੈਪਟਨ ਅਮਰਿੰਦਰ ਸਿੰਘ ਇੰਨਾ ਹੰਕਾਰੀ ਬਣ ਗਿਆ ਵੀ ਉਹਨੂੰ ਇਹ ਨਹੀਂ ਪਤਾ ਵੀ ਬੇਰੁਜ਼ਗਾਰ ਬੱਚੇ ਥਾਂ ਥਾਂ ਤੇ ਸੜਕਾਂ ਤੇ ਰੁਲ ਰਹੇ ਨੇ। ਔਰ ਇਹ ਹਰ ਦੂਸਰੇ ਤੀਸਰੇ ਦਿਨ ਬਿਆਨ ਇਹ ਦਿੰਦੇ ਨੇ ਵੀ ਅਸੀਂ 2 ਲੱਖ ਨੌਕਰੀ ਦੇਤੀ, ਅਸੀਂ 17 ਲੱਖ ਨੌਕਰੀ ਦੇਤੀ। ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਝੂਠ ਬੋਲਦੇ ਹੋਏ। ਕੋਈ ਇਹਨਾਂ ਦੀ ਜ਼ੁਬਾਨ ਨਹੀਂ ਹੈਗੀ। ਪਰ ਇਹ ਇੱਕ ਗੱਲ ਯਾਦ ਰੱਖਣ ਵੀ ਇਹ ਉਹੀ ਲੋਕ ਨੇ, ਉਹੀ ਬੱਚੇ ਨੇ ਜਿਨ੍ਹਾਂ ਨੇ ਇਹਨਾਂ ਨੂੰ 5 ਸਾਲ ਰਾਜ ਕਰਨ ਦਾ ਮੌਕਾ ਦਿੱਤਾ ਸੀ। ਸਾਡੇ ਕਰਕੇ ਇਹ ਸੱਤਾ ਦੇ ਵਿੱਚ ਆਏ ਸੀ। ਜੇ ਅਸੀਂ ਇਹਨਾਂ ਨੂੰ 5 ਸਾਲ ਰਾਜ ਕਰਨ ਦਾ ਮੌਕਾ ਦੇ ਸਕਦੇ ਹਾਂ ਤਾਂ ਅਸੀਂ ਇਹਨਾਂ ਦਾ ਸਫਾਇਆ ਕਰਨਾ ਵੀ ਜਾਣਦੇ ਹਾਂ। ਸੋ ਪੰਜਾਬ ਦੀ ਇੱਕ ਧੀ ਨੇ ਆਪਣਾ ਦੁੱਖ ਦੱਸਿਆ ਵੀ ਅਸੀਂ ਚਾਅ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਸੀ, ਪਰ ਅੱਜ ਉਹ ਸ਼ਾਇਦ ਹੰਕਾਰ ਗਿਆ, ਉਹਨੂੰ ਬੇਰੁਜ਼ਗਾਰਾਂ ਦਾ ਫਿਕਰ ਨਹੀਂਗਾ। ਜਦੋਂ ਫਿਕਰ ਹੀ ਨਹੀਂਗਾ ਤਾਂ ਫਿਰ ਨੌਕਰੀ ਮਿਲ ਜੂ ਤੁਹਾਨੂੰ? ਸਰ ਜਿਹੜੇ ਹਿਸਾਬ ਨਾਲ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਈ ਸੀ, ਘਰ ਨੌਕਰੀ ਦਾ ਵਾਅਦਾ ਲੈ ਕੇ, ਔਰ ਕਹਿ ਰਹੇ ਸੀ ਅਗਰ ਘਰ ਨੌਕਰੀ ਨਹੀਂ ਵੀ ਮਿਲਦੀ ਤਾਂ ਅਸੀਂ 2500 ਰੁਪਏ ਜਿਹੜਾ ਬੇਰੁਜ਼ਗਾਰੀ ਭੱਤਾ ਦੇਵਾਂਗੇ। ਇਹਨਾਂ ਸਾਰੇ ਵਾਅਦਿਆਂ ਤੋਂ ਇਸ ਟਾਈਮ ਜਿਹੜੀ ਪੰਜਾਬ ਗਵਰਨਮੈਂਟ ਹੈ ਭੱਜਦੀ ਨਜ਼ਰ ਆ ਰਹੀ ਹੈ ਜੀ। ਔਰ ਬੇਰੁਜ਼ਗਾਰਾਂ ਨੇ ਇੱਕ ਆਸ ਲੈ ਕੇ ਪੰਜਾਬ ਸਰਕਾਰ ਨੂੰ, ਕਾਂਗਰਸ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਕਿ ਚਲੋ ਇਹ ਸਾਡਾ ਦੁੱਖ ਦਰਦ ਸਮਝ ਰਹੇ ਆ, ਬੇਰੁਜ਼ਗਾਰਾਂ ਦੀ ਸੁਣਨਗੇ ਔਰ ਸਾਨੂੰ ਘਰ ਨੌਕਰੀ ਦਾ ਜਿਹੜਾ ਵਾਅਦਾ ਹੈ ਉਹ ਪੂਰਾ ਕਰਨਗੇ। ਪਰ ਇਸ ਟਾਈਮ ਬਿਲਕੁਲ ਆਪਣੇ ਸਾਰੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਹੈ ਜਿਹੜੀ। ਤੁਸੀਂ ਪਹਿਲਾਂ ਵੀ ਆਪਣੀ ਵਿਥਿਆ ਸੁਣਾਈ ਸੀ ਪੀਟੀਸੀ ਨੂੰ, ਹਨਾ? ਅੱਜ ਫਿਰ ਸਰਕਾਰੀ ਘਰ ਜਿਹੜਾ ਮੁੱਖ ਮੰਤਰੀ ਦਾ, ਉੱਥੋਂ ਨਿਰਾਸ਼ਾ ਹੀ ਮਿਲੀ? ਹਾਂਜੀ ਸਰ, ਬਿਲਕੁਲ ਨਿਰਾਸ਼ਾ ਮਿਲੀ ਆ। ਫਿਰ ਵੀ ਇੱਕ ਆਸ ਸੀ ਵੀ ਸ਼ਾਇਦ ਅੱਜ ਮੀਟਿੰਗ ਕਿਸੇ ਪਾਸੇ ਲੱਗਣ ਦੀ ਸੰਭਾਵਨਾ ਸੀਗੀ ਵੀ ਸਰਕਾਰ ਸ਼ਾਇਦ ਸਾਡੀਆਂ ਜਿਹੜੀਆਂ ਗੱਲਾਂ ਨੇ, ਜਿਹੜੇ ਸਾਡੇ ਮਸਲੇ ਨੇ ਉਹਨਾਂ ਦੇ ਵਿਚਾਰ ਕਰੂਗੀ। ਪਰ ਜਿਵੇਂ ਸਾਡੀਆਂ ਪਿਛਲੇ ਮੀਟਿੰਗਾਂ ਹੋਈਆਂ ਨੇ, ਜਿਵੇਂ ਉਹਨਾਂ ਦੇ ਵਿੱਚ ਲਾਰੇ ਲੱਪੇ ਲੱਗੇ ਨੇ, ਇਸ ਵਾਰ ਵੀ ਉਸੇ ਤਰ੍ਹਾਂ ਸਾਨੂੰ ਲਾਰੇ ਲੱਪੇ ਲਾਏ ਗਏ ਨੇ, ਸਾਡੀ ਖੱਜਲ ਖੁਆਰੀ ਕੀਤੀ ਗਈ ਆ। ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਜਿਹੜੇ 2017 ਦੇ ਵਿੱਚ ਗੁਟਕਾ ਸਾਹਿਬ ਆਪਣੇ ਹੱਥ ਦੇ ਵਿੱਚ ਫੜ ਕੇ ਸਹੁੰ ਖਾ ਕੇ ਸੱਤਾ ਦੇ ਵਿੱਚ ਆਏ ਸੀਗੇ, ਘਰ ਦੇ ਵਿੱਚ ਰੁਜ਼ਗਾਰ ਦਿੱਤਾ ਜਾਊਗਾ, ਬੁਢਾਪਾ ਪੈਨਸ਼ਨ ਦਿੱਤੀ ਜਾਊਗੀ, ਜਾਂ 51,000 ਰੁਪਈਆ ਸਾਡਾ ਜਿਹੜਾ ਸ਼ਗਨ ਸਕੀਮ ਆ ਧੀਆਂ ਭੈਣਾਂ ਨੂੰ ਦਿੱਤਾ ਜਾਊਗਾ। ਪਰ ਅਸੀਂ ਇਹੋ ਜਿਹੇ ਮੁੱਖ ਮੰਤਰੀ ਨੂੰ ਲਾਹਨਤਾਂ ਪਾਉਣੀਆਂ ਕਿ ਪਿਛਲੇ ਦਿਨੀ ਇੱਕ ਆਡੀਓ ਵਾਇਰਲ ਹੋ ਰਹੀ ਸੀ। ਅਸੀਂ ਇਸ ਤਰ੍ਹਾਂ ਦੇ ਮੁੱਖ ਮੰਤਰੀ ਤੋਂ ਕਿਸ ਤਰ੍ਹਾਂ ਦੀ ਆਸ ਰੱਖ ਸਕਦੇ ਹਾਂ? ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਹੁਣ ਘਰ ਕਾਂਗਰਸ ਸਰਕਾਰ ਦਾ ਪ੍ਰਚਾਰ ਕਰਾਂਗੇ ਤੇ 2022 ਦੇ ਵਿੱਚ ਜਦੋਂ ਵੀ ਕਾਂਗਰਸ ਸਰਕਾਰ ਜਾਂ ਇਹਨਾਂ ਦੇ ਐਮਐਲਏ ਸਾਡੇ ਕੋਲੋਂ ਵੋਟ ਮੰਗਣ ਆਉਣਗੇ ਤਾਂ ਅਸੀਂ ਛਿੱਤਰ ਮਾਰ ਕੇ ਇਹਨਾਂ ਨੂੰ ਆਪਣੇ ਪਿੰਡਾਂ ਦੀ ਜੂਹ ਤੋਂ ਬਾਹਰ ਕਰਾਂਗੇ ਜੀ। ਛਿੱਤਰ ਮਾਰ ਕੇ ਜੂਹ ਤੋਂ ਬਾਹਰ ਕਰਾਂਗੇ, ਪਰ ਨੌਕਰੀ ਮਿਲ ਜੂ? ਦੇਖੋ ਜੀ, ਨੌਕਰੀ ਅਸੀਂ 4 ਸਾਲਾਂ ਤੋਂ ਨੌਕਰੀ ਦੀ ਆਸ ਲਾਈ ਹੋਈ ਹੈ ਔਰ ਸੰਘਰਸ਼ ਕਰਨ ਵਾਲੇ ਕਦੇ ਹਾਰ ਨਹੀਂ ਮੰਨਦੇ। ਚਾਹੇ 4 ਸਾਲ ਪੂਰੇ ਹੋ ਗਏ, ਲੇਕਿਨ ਇਸ ਕੈਪਟਨ ਤੋਂ ਅਸੀਂ ਆਪਦਾ ਹੱਕ ਲੈ ਕੇ ਰਹਾਂਗੇ। ਅਸੀਂ ਪੰਜੇ ਜਥੇਬੰਦੀਆਂ ਪਿਛਲੀ 31 ਦਸੰਬਰ 2020 ਤੋਂ ਬਜਿੰਦਰ ਸਿੰਗਲਾ ਦੇ ਗੇਟ ਅੱਗੇ ਬੈਠੇ ਆ, ਸਾਡੀ ਕਿਸੇ ਨੇ ਨਹੀਂ ਸੁਣੀ। ਉਸ ਤੋਂ ਬਾਅਦ ਸਾਡੀ ਮਹਾਰਾਣੀ ਪ੍ਰਨੀਤ ਕੌਰ ਨਾਲ ਵੀ ਮੀਟਿੰਗ ਹੋਈ, ਸੁਰੇਸ਼ ਕੁਮਾਰ ਜੀ ਨਾਲ ਵੀ ਹੋਈ, ਤੇ ਹੁਣ ਅੱਜ ਵਾਲੀ ਮੀਟਿੰਗ ਦਾ ਹਾਲ ਤਾਂ ਤੁਸੀਂ ਆਪ ਵੀ ਅੱਖੀ ਦੇਖ ਚੁੱਕੇ ਹੋ। ਸਵੇਰ 11 ਵਜੇ ਦੇ ਆਏ ਆ ਅਸੀਂ, ਹਜੇ ਤੱਕ ਕਿਸੇ ਨੇ ਪਾਣੀ ਦਾ ਗਲਾਸ ਤੱਕ ਨਹੀਂ ਕਿਸੇ ਬੇਰੁਜ਼ਗਾਰ ਨੂੰ ਪੁੱਛਿਆ। ਨੌਕਰੀ ਦੇਣੀ ਤਾਂ ਦੂਰ ਦੀ ਗੱਲ ਆ। ਪਾਣੀ ਦਾ ਗਲਾਸ ਤੇ ਮਿਲਿਆ ਨਹੀਂ, ਨੌਕਰੀ ਮਿਲ ਜੂ? ਸਰਕਾਰ ਦੇ ਜੋ ਲੀਡਰ ਨੇ ਕਿਰਦਾਰ ਤੋਂ ਗਿਰ ਚੁੱਕੇ ਨੇ, ਕਿਉਂਕਿ ਅਸੀਂ 152 ਦਿਨਾਂ ਤੋਂ ਲਗਾਤਾਰ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੈਠੇ ਹਾਂ। ਹਾਲਾਂਕਿ ਬੇਰੁਜ਼ਗਾਰਾਂ ਨਾਲ ਗੱਲ ਕਰਨ ਦੀ ਬਜਾਏ ਉਸ ਨੇ ਆਪਣੇ ਘਰ ਤੋਂ ਬੇਰੁਜ਼ਗਾਰਾਂ ਦਾ ਪਾਣੀ ਵੀ ਬੰਦ ਕੀਤਾ ਹੋਇਆ ਹੈ। ਜਦੋਂ ਕਿ ਪੰਜਾਬ ਸਰਕਾਰ ਘਰ ਰੁਜ਼ਗਾਰ ਦੇ ਵਾਅਦੇ ਨਾਲ ਪੰਜਾਬ ਦੇ ਨੌਜਵਾਨਾਂ ਨੇ ਸਪੋਰਟ ਵੀ ਕੀਤੀ ਸੀ ਸਰਕਾਰ ਦੀ, ਕਾਂਗਰਸ ਦੀ, ਸੱਤਾ 'ਚ ਲੈ ਕੇ ਆਏ ਸੀ, ਪਰ ਹੁਣ ਸਰਕਾਰ ਵਾਅਦਿਆਂ ਤੋਂ ਭੱਜ ਚੁੱਕੀ ਹੈ। ਇਸ ਕਰਕੇ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਫਿਰ ਸਿਆਸੀ ਮੌਤ ਵੀ ਦੇਣੀ ਚਾਹੁੰਦਾ ਜੀ। ਅਸੀਂ ਹੁਣ ਪ੍ਰਚਾਰ ਕਰਾਂਗੇ, ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਵੀ ਇਹਨਾਂ ਦੇ ਝੂਠ ਤੋਂ ਦੁਬਾਰਾ ਫੇਰ ਬਚੋ, ਦੁਬਾਰਾ ਫੇਰ ਝੂਠ ਲੈ ਕੇ ਆਉਣਗੇ, ਝੂਠੀਆਂ ਗੱਲਾਂ ਕਰਨਗੇ, ਝੂਠੇ ਵਾਅਦੇ ਕਰਨਗੇ। ਜਿਹੜਾ ਮੁੱਖ ਮੰਤਰੀ ਸਾਡੇ ਨਾਲ 4 ਸਾਲਾਂ ਤੋਂ ਮੀਟਿੰਗ ਨਹੀਂ ਕਰ ਸਕਦਾ, ਉਸ ਤੋਂ ਅਸੀਂ ਆਸ ਕੀ ਰੱਖ ਸਕਦੇ? ਕਿਹੜੀ ਨੌਕਰੀ ਲਈ ਤੁਸੀਂ ਆਏ? ਅਸੀਂ ਸਰ 873 ਪਿਛਲੇ ਸਮੇਂ ਦੇ ਵਿੱਚ ਪੋਸਟਾਂ ਕੱਢੀਆਂ ਸੀ, ਜਿਹੜੀਆਂ ਬਹੁਤ ਲੰਮੇ ਸਮੇਂ ਤੋਂ ਲੰਮਕਦੀਆਂ ਸੀਗੀਆਂ। 2011 ਦੇ ਵਿੱਚ ਸਾਡੀ ਇੱਕ ਐਡ ਆਈ ਸੀਗੀ 645 ਡੀਪੀਆਂ ਦੀ ਜੀ। ਉਦੋਂ ਅਸੀਂ ਅਪਲਾਈ ਕੀਤਾ ਸੀਗਾ ਡੀਪੀ ਮਾਸਟਰ ਦੇ ਲਈ ਜੀ। ਅਸੀਂ ਫਿਜ਼ੀਕਲ ਕਾਲਜ ਪਟਿਆਲਾ ਤੋਂ ਪੜ੍ਹੇ ਆਂਗੇ ਔਰ ਨੈਸ਼ਨਲ ਲੈਵਲ ਦੇ ਖਿਡਾਰੀ ਆਂਗੇ, ਗ੍ਰੈਜੂਏਸ਼ਨ ਵਗੈਰਾ ਸਾਡੀ ਹੋਈ ਵੀ ਹੈਗੀ।
ਔਰ ਉਦੋਂ ਤੋਂ ਹੀ ਅਸੀਂ ਲਮਕਦੇ 2017 ਦੇ ਵਿੱਚ ਐਡਵਰਟਾਈਜ਼ਮੈਂਟ ਹੋਈ ਸੀਗੀ ਔਰ ਫਰਵਰੀ 2020 ਨੂੰ ਸਾਡਾ ਟੈਸਟ ਹੋਇਆ ਸੀਗਾ, ਰਿਜ਼ਲਟ ਸਾਡਾ ਆ ਚੁੱਕਿਆ ਔਰ ਇੰਨੇ ਲੰਮੇ ਸਮੇਂ ਬਾਅਦ ਜਿਹੜੀ ਸਾਡੀ ਸੀਗੀ ਇਹ ਭਰਤੀ ਸ਼ੁਰੂ ਕੀਤੀ ਸੀਗੀ। ਸਾਡੀ ਬੇਰੁਜ਼ਗਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਆ। ਅਸੀਂ ਚਾਹੁੰਦੇ ਸੀਗੇ ਵੀ ਸਾਡੀਆਂ ਇਹ ਜਿਹੜੀਆਂ ਪੋਸਟਾਂ ਨੇ 873 ਇਹਨਾਂ ਵਿੱਚ 1000 ਪੋਸਟ ਦਾ ਹੋਰ ਵਾਧਾ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਸਾਥੀ ਨੇਗੇ ਓਵਰੇਜ ਹੋ ਚੁੱਕੇ ਨੇਗੇ ਉਹ ਇਹਨਾਂ ਪੋਸਟਾਂ ਦੇ ਵਿੱਚ ਹੀ ਨੌਕਰੀ ਲੈ ਸਕਣ। ਪਰ ਜਿਵੇਂ ਦੇ ਹਾਲਾਤ ਨੇਗੇ ਸਾਡੇ ਪਿਛਲੇ ਲੰਬੇ ਸਮੇਂ ਤੋਂ ਅਸੀਂ 152 ਦਿਨ ਹੋ ਗਏ ਸਾਨੂੰ ਸਿੱਖਿਆ ਮੰਤਰੀ ਦਾ ਘਰ ਦੱਬਿਆ ਹੋਇਆਗਾ, ਉਹ 152 ਦਿਨਾਂ ਤੋਂ ਉੱਥੇ ਬੜੇ ਨਹੀਂ ਹੈਗੇ ਔਰ ਸਾਡੇ ਨਾਲ ਪਿਛਲੀ 6 ਮਈ ਨੂੰ ਮੀਟਿੰਗ ਦਿੱਤੀ ਸੀਗੀ ਸਿੱਖਿਆ ਮੰਤਰੀ ਤੇ ਕ੍ਰਿਸ਼ਨ ਕੁਮਾਰ ਦੀ, ਉਹਦੇ ਤੋਂ ਉਹ ਭੱਜ ਚੁੱਕੇ। ਉਸ ਤੋਂ ਬਾਅਦ ਸਾਨੂੰ 19 ਤਰੀਕ ਦੀ ਮੀਟਿੰਗ ਦਿੱਤੀ, ਉਦੋਂ ਵੀ ਸਾਡੀ ਮੀਟਿੰਗ ਨਹੀਂ ਕਰਵਾਈ ਗਈ। ਫਿਰ ਸਾਨੂੰ 25 ਮਈ ਦੀ ਮੀਟਿੰਗ ਦਿੱਤੀ, 25 ਮਈ ਨੂੰ ਵੀ ਸਾਨੂੰ ਸੰਦੇਸ਼ ਆਉਂਦਾ ਸਵੇਰੇ ਵੀ ਤੁਸੀਂ ਵੇਟ ਕਰਕੇ ਚੱਲਿਓ, ਹੋ ਸਕਦਾ ਤੁਹਾਡੀ ਮੀਟਿੰਗ ਅੱਜ ਨਾ ਹੋਵੇ। ਅਸੀਂ ਸੰਗਰੂਰ ਮੋਰਚੇ ਦੇ ਵਿੱਚ ਵੇਟ ਕਰਦੇ ਰਹੇ ਬੈਠੇ, ਸਾਨੂੰ ਵੀ ਕੋਈ ਨਾ ਕੋਈ ਆਊਗਾ ਵੀ ਸਾਡੀ ਮੀਟਿੰਗ ਹੋਊਗੀ, ਪਰ ਸਾਨੂੰ 2:30 ਵਜੇ ਫੋਨ ਆਉਂਦਾ CID ਵੱਲੋਂ ਵੀ ਤੁਹਾਡੀ ਮੀਟਿੰਗ ਹੈ ਜਿਹੜੀ ਇਹ ਪੋਸਟਪੋਨ ਹੋ ਚੁੱਕੀ ਹੈਗੀ। ਔਰ ਹੁਣ ਸਾਨੂੰ ਫੋਨ ਆਇਆ ਸੀਗਾ ਵੀ 31 ਮਈ ਨੂੰ ਤੁਹਾਡੀ ਸਰਦਾਰ MP ਸਿੰਘ ਨੇ ਜੋ CM ਸਾਹਿਬ ਦੇ OSD ਨੇ ਉਹਨਾਂ ਨਾਲ ਕਰਵਾਈ ਜਾਊਗੀ। ਅੱਜ ਬੜੇ ਚਾਅ ਦੇ ਨਾਲ ਆਏ ਸੀਗੇ, ਸੁਣਿਆ ਸੀਗਾ ਵੀ ਕਾਂਗਰਸ ਦਾ ਜਿਹੜਾ ਚੋਣਾਂ ਦਾ ਟਾਈਮ ਆ ਗਿਆ, ਵੀ ਹੋ ਸਕਦਾ ਸਾਡੇ ਸਾਰੀਆਂ ਜਥੇਬੰਦੀਆਂ 11 ਜਥੇਬੰਦੀਆਂ ਬੁਲਾਈਆਂ ਸੀਗੀਆਂ ਵੀ ਸਾਨੂੰ ਕਿਸੇ ਨਾ ਕਿਸੇ ਇੱਕ ਕਿਨਾਰੇ ਲਾਉਣਗੇ ਅੱਜ। ਔਰ ਬੜੀ ਖੁਸ਼ੀ ਸੀ ਸਾਨੂੰ ਇੱਥੇ ਜਦੋਂ ਆਏ ਆ ਵੀ ਮੀਟਿੰਗ ਕਰਵਾਉਣਗੇ। ਜਦੋਂ ਅਸੀਂ 11 ਵਜੇ ਪਹੁੰਚੇ ਤਾਂ ਸਾਨੂੰ ਇੱਥੋਂ ਪ੍ਰਸ਼ਾਸਨ ਨੇ ਲਾਰੇ ਲੱਪੇ ਲਾਉਂਦੇ ਰਹੇ ਵੀ ਸਰਕਾਰ ਕੁਛ ਤੁਹਾਨੂੰ ਇਨਸਾਫ ਦੇਣਾ ਚਾਹੁੰਦੀ ਹੈ? ਬਿਲਕੁਲ ਵੀ ਨਹੀਂ ਲੱਗਦਾ ਸਾਨੂੰ। ਇੱਥੋਂ ਅੱਜ ਪੂਰਾ ਵਿਸ਼ਵਾਸ ਹੋ ਗਿਆ ਵੀ ਜਿਹੜੀ ਇਹ ਸਰਕਾਰ ਹੈਗੀ ਇਹਨਾਂ ਨੂੰ ਕੋਈ ਪਰਵਾਹ ਨਹੀਂ। ਬੇਰੁਜ਼ਗਾਰ ਚਾਹੇ ਟੈਂਕੀਆਂ 'ਤੇ ਚੜ੍ਹਨ, ਚਾਹੇ ਉਹ ਟਾਵਰਾਂ 'ਤੇ ਚੜ੍ਹਨ, ਚਾਹੇ ਇਹ ਪੱਕੇ ਮੋਰਚੇ ਲਾ ਕੇ ਰੱਖਣ, ਚਾਹੇ ਸੜਕਾਂ 'ਤੇ ਰੋਲਣ, ਚਾਹੇ ਪਾਣੀ ਦੇ ਵਸਾਰਾਂ ਚੱਲਣ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਇਹ ਡਿਗਰੀਆਂ ਤਾਂ ਕਰਵਾ ਰਿਹਾ, ਡਿਪਲੋਮੇ ਕਰ ਕਰਕੇ ਅਸੀਂ ਚੱਕੀ ਫਿਰਦੇ ਆਂਗੇ। ਸਾਡੀਆਂ ਅਲਮੀਰਾ ਭਰੀਆਂ ਪਈਆਂ ਨੇਗੀਆਂ, ਇੰਨੇ ਡਿਗਰੀ ਡਿਪਲੋਮੇ ਸਾਡੀਆਂ MPhil PhD ਕਰਕੇ ਨਾਲ ਸਾਰੇ ਬੈਠੇ ਆਂਗੇ, ਪਰ ਸਾਨੂੰ ਨੌਕਰੀ ਦੀ ਆਸ ਬਿਲਕੁਲ ਨਹੀਂ ਹੈਗੀ। ਸਰ ਮੈਂ ਮਲਟੀਪਰਪਜ਼ ਹੈਲਥ ਵਰਕ ਦਾ ਡਿਪਲੋਮਾ ਕੀਤਾ ਤੇ ਸਾਡਾ ਟੈਸਟ ਵੀ ਹੋ ਚੁੱਕਿਆ ਸੀ ਜੋ ਕਿ ਸਾਡੀ ਭਰਤੀ ਉਹ ਅੱਧਵੱਟੇ ਹੈ। ਅਜੇ ਤੱਕ ਸਾਡੀ ਭਰਤੀ ਦੇ ਵਿੱਚੋਂ 104 ਕੈਂਡੀਡੇਟ ਨੇ ਜਿਹੜੇ ਉਹ ਅਜੇ ਤੱਕ ਜੁਆਇਨ ਨਹੀਂ ਕਰਾਏ। ਸਾਡੀ ਮੇਨ ਮੰਗ ਇਹ ਹੈ ਕਿ ਸਾਡੇ ਸਾਥੀ ਨੇ ਜਿਹੜੇ ਓਵਰੇਜ ਹੋ ਚੁੱਕੇ ਨੇ, ਅਸੀਂ ਉਮਰ ਹੱਦ ਦੀ ਛੋਟ ਮੰਗਦੇ ਹਾਂ ਕਿ ਉਮਰ ਹੱਦ ਦੀ ਛੋਟ ਦੇ ਕੇ ਇਸ਼ਤਿਹਾਰ ਦਿੱਤਾ। ਸਭ ਤੋਂ ਪਹਿਲਾਂ PTC ਨਿਊਜ਼ ਵਾਲੇ ਚੈਨਲਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਜਦੋਂ ਕੈਪਟਨ ਸਰਕਾਰ ਸੱਤਾ ਵਿੱਚ ਆਈ ਸੀ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਘਰ ਘਰ ਨੌਕਰੀ। ਅਸੀਂ ਬੜੇ ਉਮੀਦ ਨਾਲ, ਕਿਉਂਕਿ 4.5 ਸਾਲਾਂ ਤੋਂ ਪ੍ਰੋਟੈਸਟ ਕਰਦੇ ਆ ਰਹੇ ਹਾਂ, ਪਰ ਇੱਥੇ ਗੱਲਾਂ ਅੱਗੇ ਲਿਖਤੀ ਦਿੰਦੇ ਸੀ, ਹੁਣ ਬੋਲਣ ਤੋਂ ਵੀ ਭੱਜ ਰਹੀਆਂ ਨੇ। ਦੇਖੋ ਜੀ, ਆ ਮੇਰੇ ਹੱਥ ਵਿੱਚ ਇੱਕ ਆਧਾਰ ਕਾਰਡ ਹੈ, ਮੇਰਾ ਜਨਮ 14/1976 ਹੈ ਜੀ। ਕਿਉਂਕਿ ਸਰਕਾਰਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਅੱਜ 45 ਸਾਲ ਦੀ ਉਮਰ ਹੋ ਗਈ ਸਾਡੀ, ਤਾਂ ਕੀ ਅਸੀਂ ਜੇ 10-12 ਸਾਲ ਤੁਹਾਡੇ ਕੋਲ ਨੌਕਰੀ ਲਾਂਗੇ ਤਾਂ ਸਾਡੇ ਬੱਚੇ ਵੀ 18 ਸਾਲ ਦੇ ਹੋ ਗਏ, ਪਰ ਇੱਥੇ ਇਸ ਗੱਲ ਤੋਂ ਵੀ ਸਰਕਾਰ ਭੱਜ ਰਹੀ ਹੈ। ਥੋੜਾ ਜਿਹਾ ਦੱਸਿਓ ਵੀ ਜਿਹੜੇ ਤੁਹਾਡੀ ਜਥੇਬੰਦੀ ਹੈ ਇਹਦੇ 'ਚ ਕਿਹੜੀ ਕੁਆਲੀਫਿਕੇਸ਼ਨ ਵਾਲੇ ਬੇਰੁਜ਼ਗਾਰ ਨੇ ਤੇ ਅਗਲਾ ਐਕਸ਼ਨ ਪ੍ਰੋਗਰਾਮ? ਸਰ ਸਾਡੀਆਂ 5 ਜਥੇਬੰਦੀਆਂ ਨੇ, ਜਿਹਦੇ ਵਿੱਚ ਆਰਟ ਐਂਡ ਕਰਾਫਟ, PT ਅਧਿਆਪਕ, DP ਸਾਥੀ, ਹੈਲਥ ਮਲਟੀਪਰਪਜ਼ ਵਾਲੇ ਤੇ ਅਸੀਂ B.Ed ਵਾਲੇ। ਤੇ ਤੁਸੀਂ ਲਾ ਲਓ ਸਾਹਿਬ ਵੀ ਮੈਂ ਖੁਦ 4 ਵਾਰੀ ਪੰਜਾਬ, 2 ਵਾਰੀ PTET ਪਾਸ ਆ, 2 ਵਾਰੀ ਸੈਂਟਰ ਟੀਚਰ ਐਲੀਜੀਬਿਲਟੀ ਟੈਸਟ ਪਾਸ ਕੀਤਾ ਹੋਇਆ ਮੇਰਾ, M.Ed ਮੇਰੀ ਕੀਤੀ ਹੋਈ ਹੈ, MA ਮੇਰੀ ਹੈਗੀ। ਤੇ ਉਸ ਦੇ ਬਾਵਜੂਦ ਵੀ ਮਤਲਬ ਸਰਕਾਰ ਕੀ ਕਰ ਰਹੀ ਹੈਗੀ ਵੀ ਜਿਹੜੀ ਸਾਡੀ ਯੋਗਤਾ ਦੇ ਹਿਸਾਬ ਨਾਲ ਰੁਜ਼ਗਾਰ ਨਹੀਂ ਦੇ ਰਹੀ, ਉਲਟਾ ਕਿ ਵੀ ਜਿਨ੍ਹਾਂ ਦਾ ਟੈਸਟ ਵੀ ਨਹੀਂ ਪਾਸ ਹੈਗਾ ਉਹਨਾਂ ਨੂੰ ਵੀ ਉਹਦੇ ਵਿੱਚ ਛੋਟ ਦੇ ਰਹੀ ਆ। ਹਾਲਾਂਕਿ ਅਸੀਂ 4 ਵਾਰੀ ਸਾਰੇ ਇੱਥੇ 2 3 ਵਾਰੀ ਟੈਸਟ ਪਾਸ ਨੇਗੇ, ਉੱਚ ਯੋਗਤਾਵਾਂ ਰੱਖਦੇ ਨੇ। PhD ਪਿੱਛੇ ਜੇ ਸਾਡਾ ਸਾਥੀ UGC ਨੈਟ ਕਲੀਅਰ ਸੀਗਾ ਤੇ ਟੈਟ ਵੀ ਕਲੀਅਰ ਸੀਗਾ, ਉਹ ਨੌਕਰੀ ਨਾ ਮਿਲਣ ਦੇ ਕਰਕੇ ਸੁਸਾਈਡ ਕਰ ਗਿਆ। ਤੇ ਮਤਲਬ ਕਿ ਜੋ ਕਿਸਾਨਾਂ ਦੇ ਵਿੱਚ ਚੱਲ ਰਿਹਾ ਸੀਗਾ ਵੀ ਕਰਜ਼ੇ ਕਰਕੇ ਸੁਸਾਈਡ ਕਰ ਜਾਂਦੇ ਸੀ, ਹੁਣ ਉਹ ਜਿਹੜੀ ਗੱਲ ਆ ਉਹ ਬੇਰੁਜ਼ਗਾਰਾਂ ਨਾਲ ਵਾਪਰਨ ਲੱਗ ਪਈ ਹੈ ਜੀ। ਕੀ ਹੁਣ ਅਸੀਂ ਅਗਲਾ ਐਕਸ਼ਨ ਜਿਹੜਾ ਹੈਗਾ ਜੀ, ਅਸੀਂ 8 ਜੂਨ ਦਾ ਮੋਤੀ ਮਹਿਲ ਦਾ ਜਿਹੜਾ ਹੈਗਾ ਘਰਾਓ ਅਸੀਂ ਕਰਾਂਗੇ ਤੇ ਪੂਰਾ ਅਸੀਂ ਤਿੱਖਾ ਐਕਸ਼ਨ ਕਰਾਂਗੇ। ਪਰ ਸਰਕਾਰ ਸਾਨੂੰ ਜਦੋਂ ਅਸੀਂ ਉੱਥੇ ਜਾਂਦੇ ਆ ਤਾਂ ਸਾਨੂੰ ਮੀਟਿੰਗ ਵਾਲੇ ਪੱਤਰ ਨਾ ਸਾਡੇ ਅੱਗੇ ਲਈ ਫਿਰਦੇ ਹੁੰਦੇ ਨੇ ਵੀ ਲਓ ਮੀਟਿੰਗ ਲੈ ਲਓ, ਤੁਸੀਂ ਆਏ ਨਾ ਕਰੋ। ਚਲੋ ਅਸੀਂ ਕਿਤੇ ਨਾ ਕਿਤੇ ਜਾ ਕੇ ਮੀਟਿੰਗ ਲਈ ਐਗਰੀ ਵੀ ਹੁੰਨੇ ਆ, ਪਰ ਮੀਟਿੰਗ ਲੈ ਕੇ ਸਾਨੂੰ ਮਿਲਦਾ ਕੀ ਆ? ਉਹੀ ਇੱਥੇ ਜਿਹੜੇ ਧੱਕੇ ਖਾ ਕੇ ਅਸੀਂ ਮੁੜਦੇ ਆ, ਤੜਕੇ 5 ਵਜੇ ਦੇ ਅਸੀਂ ਘਰੋਂ ਚੱਲਦੇ ਆ, ਪਰ ਹੱਲ ਆ ਜਿਹੜਾ ਉਹ ਕੁਝ ਵੀ ਨਹੀਂ ਹੁੰਦਾ। ਹੁਣ ਸਵਾਲ ਇਹ ਪੈਦਾ ਹੁੰਦਾ, ਕੁਐਸਚਨ ਇਹ ਹੈ ਵੀ ਇਹ ਜਿਹੜੇ ਬੇਰੁਜ਼ਗਾਰ ਨੇ, PhD ਨੇ, ਡਿਗਰੀਆਂ ਡਿਪਲੋਮੇ ਲੈ ਕੇ ਮੁੱਖ ਮੰਤਰੀ ਦੇ ਸਰਕਾਰੀ ਘਰ ਦੇ ਬਾਹਰ ਖੜੇ ਆ, ਪਰ ਮੁੱਖ ਮੰਤਰੀ ਦਫ਼ਤਰ 'ਚੋਂ
ਪਿਛਲੇ ਦਿਨੀ ਇੱਕ ਪ੍ਰੈਸ ਨੋਟ ਆਇਆ ਜਿਹਦੇ ਵਿੱਚ ਕਿਹਾ ਵੀ ਉਹਨਾਂ ਨੇ ਪੰਜਾਬ ਦੇ 16,000 ਨਹੀਂ 16 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੱਤੀਆਂ। ਹੁਣ ਬੇਰੁਜ਼ਗਾਰਾਂ ਨੂੰ ਚਾਹੀਦਾ ਵੀ ਉਹ ਲੱਭਣ ਕਿਹੜੇ 16 ਲੱਖ ਬੇਰੁਜ਼ਗਾਰ ਜਿਹੜੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ। ਔਰ ਅਖੀਰ ਇਹਨਾਂ ਨੇ ਹੁਣ ਇਹੀ ਐਲਾਨ ਕੀਤਾ ਵੀ ਚੰਡੀਗੜ੍ਹੋਂ ਤੇ ਬੇਰੰਗ ਗਏ ਆ, ਹੁਣ ਪਟਿਆਲੇ 8 ਜੂਨ ਨੂੰ ਮੁੱਖ ਮੰਤਰੀ ਦੇ ਮਹੱਲ ਦੇ ਅੱਗੇ ਪਿੱਟ ਸਿਆਪਾ ਕੀਤਾ ਜਾਊਗਾ।